ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਜੀ ਦੀ ਹਰਜੀਤ ਕੌਰ ਫਿਰ ਲੈ ਕੇ ਆਈ ਹਾਂ ਇੱਕ ਐਸੀ ਹਸਤੀ ਨੂੰ, ਜਿਸ ਤਰ੍ਹਾਂ ਕਿ ਸਾਡੇ ਟੌਪਿਕ ਹੈ, ਸਾਡਾ ਟਾਈਟਲ ਹੈ ਪ੍ਰੋਗਰਾਮ ਦਾ ਕੌਰ ਟਾਕਸ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੇ ਮੈਨੂੰ ਇਸ ਪ੍ਰੋਗਰਾਮ ਵਿੱਚ ਹੋਸਟ ਕਰਕੇ ਜੋ ਮਹਾਰਾਜ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਕਿ ਇੱਕ ਔਰਤ ਜੋ ਹੈ ਗੁਰਸਿੱਖੀ ਜੀਵਨ 'ਚ ਰਹਿ ਕੇ ਵੀ ਆਪਣੀ ਇੱਕ ਪਹਿਚਾਣ ਬਣਾ ਸਕਦੀ ਹੈ। ਉਹ ਸਾਰੇ ਕੰਮ ਕਰ ਸਕਦੇ ਹੈ ਜਿਹਦੇ ਵਿੱਚ ਕਿ ਉਹਨਾਂ ਨੂੰ ਇੱਕ ਅਲੱਗ ਤੋਂ ਸੰਸਾਰ ਵਿੱਚ ਇੱਕ ਪਹਿਚਾਣ ਮਿਲ ਸਕਦੀ ਹੈ। ਤੇ ਅੱਜ ਸਾਡੇ ਨਾਲ ਹਨ ਨਰਿੰਦਰ ਕੌਰ ਜੀ। ਨਰਿੰਦਰ ਕੌਰ ਜੀ ਨੂੰ ਸਾਰੇ ਰਾਣੀ ਭੈਣ ਜੀ ਦੇ ਨਾਮ ਤੋਂ ਜਾਣਦੇ ਹਨ। ਔਰ ਰਾਣੀ ਭੈਣ ਜੀ ਹੁਣ ਪਹਿਚਾਣ ਦੇ ਮੁਹਤਾਜ ਨਹੀਂ ਹਨ, ਕਿਉਂਕਿ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਐਸੀਆਂ ਸੇਵਾਵਾਂ ਬਖਸ਼ੀਆਂ ਹਨ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਸੰਗਤਾਂ ਜਾਣਦੀਆਂ ਹਨ। ਈਵਨ ਸਾਰੇ ਜਿੰਨੇ ਪੰਜੋ ਤਖਤ ਹਨ ਉਹਨਾਂ ਨੂੰ ਮਾਣ ਬਖਸ਼ਿਆ ਹੈ ਸੱਚੇ ਪਾਤਸ਼ਾਹ ਨੇ ਸੇਵਾ ਦਾ। ਕਹਿੰਦੇ ਹਨ ਨਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਤੇ ਸੱਚੇ ਪਾਤਸ਼ਾਹ ਜਿਹਦੇ ਤੇ ਨਦਰ ਕਰਦੇ ਹਨ ਉਹ ਆਪ ਹੀ ਉਹਨਾਂ ਤੋਂ ਸੇਵਾ ਲੈ ਲੈਂਦੇ ਹਨ। ਤੇ ਰਾਣੀ ਭੈਣ ਜੀ ਬਰਾਸੋ ਦੀ ਸੇਵਾ ਕਰਨ ਵਾਸਤੇ ਫੇਮਸ ਹਨ, ਕਿਉਂਕਿ ਉਹ ਹਰ ਜਗ੍ਹਾ ਦਰਬਾਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਹਜੂਰ ਸਾਹਿਬ, ਹੇਮਕੁੰਟ ਸਾਹਿਬ, ਨਾ ਜਾਣੇ ਕਿੱਥੇ ਕਿੱਥੇ, ਹਰ ਜਗ੍ਹਾ ਹਰ ਮਹੀਨੇ, ਕਈ ਜਗ੍ਹਾ 15 ਦਿਨ ਬਾਅਦ, ਤੇ ਕਿਤੇ ਮਹੀਨੇ ਬਾਅਦ, ਤੇ ਕਿਤੇ ਸਾਲ ਬਾਅਦ। ਉਹ ਅਸੀਂ ਉਹਨਾਂ ਤੋਂ ਹੀ ਜਾਣਾਂਗੇ। ਔਰ ਰਾਣੀ ਭੈਣ ਜੀ ਤੋਂ ਸੁਣੀਏ ਕਿਸ ਤਰ੍ਹਾਂ ਉਹ ਇਹ ਸੇਵਾਵਾਂ ਨਿਭਾ ਰਹੇ ਹਨ, ਕਿਸ ਤਰ੍ਹਾਂ ਮਹਾਰਾਜ ਉਹਨਾਂ ਤੋਂ ਸੇਵਾਵਾਂ ਲੈ ਰਹੇ ਹਨ, ਔਰ ਕਿਵੇਂ ਉਹਨਾਂ ਨੂੰ ਗੁਰਸਿੱਖੀ ਨਾਲ ਪਿਆਰ ਜਾਗਿਆ। ਇਹ ਸਾਰੀ ਗੱਲਾਂ ਅੱਜ ਉਹਨਾਂ ਨਾਲ ਅਸੀਂ ਕਰਾਂਗੇ। ਨਰਿੰਦਰ ਭੈਣ ਜੀ ਜੀ ਆਇਆਂ ਨੂੰ ਕਹਿੰਦੇ ਆ ਉਹਨਾਂ ਨੂੰ। ਆਓ ਜੀ ਮਿਲੀਏ ਰਾਣੀ ਭੈਣ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਰਾਣੀ ਭੈਣ ਜੀ। ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਕਰਦੀ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਗੁਰੂ ਰਾਮਦਾਸ ਪਿਤਾ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਅੱਜ ਹੋਈ। ਕਿ ਹਰਜੀਤ ਭੈਣ ਜੀ ਦਾ ਵੀ ਧੰਨਵਾਦ ਕਰਦੀ ਹਾਂ ਮੈਂ ਬਹੁਤ ਬਹੁਤ, ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ। ਔਰ ਸਿੱਖ ਚੈਨਲ ਦਾ ਧੰਨਵਾਦ ਕਰਦੀ ਹਾਂ ਕਿ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਗੁਰੂ ਸਾਹਿਬ ਦੀਆਂ ਕਿਰਪਾਵਾਂ ਸਾਂਝੀਆਂ ਕਰਾਂ ਸਾਰਿਆਂ ਦੇ ਨਾਲ। ਜੀ ਭੈਣ ਜੀ। ਭੈਣ ਜੀ ਮੈਂ ਆਪ ਜੀ ਤੋਂ ਜਾਣਨਾ ਚਾਹਾਂਗੀ ਕਿ ਕਿਸ ਤਰ੍ਹਾਂ ਆਪ ਜੀ ਦੇ ਅੰਦਰ ਗੁਰਸਿੱਖੀ ਲਈ ਤੇ ਸੇਵਾ ਦਾ ਭਾਵ ਕਿੱਥੋਂ ਆਪ ਜੀ ਦੇ ਅੰਦਰ ਇਹ ਬੀਜ ਪਿਆ? ਇਹ ਸਾਰੀ ਕਿਰਪਾ ਤੋਂ ਅਕਾਲ ਪੁਰਖ ਦੀ ਹੈ, ਗੁਰੂ ਸਾਹਿਬ ਦੀ ਕਿਰਪਾ ਹੈ ਕਿ ਬਚਪਨ ਤੋਂ ਹੀ ਜਿਵੇਂ ਆਪਣੀ ਸਾਡੇ ਮਾਤਾ ਜੀ ਬਹੁਤ ਸੇਵਾ ਨਿਭਾਉਂਦੇ ਸੀਗੇ। ਗੁਰੂ ਘਰਾਂ 'ਚ ਜਾਣਾ, ਉਹਨਾਂ ਨੇ ਸਿੰਘ ਸਭਾ ਬਣਾ, ਗੁਰਦੁਆਰੇ ਬਣਨੇ ਉਸ ਟਾਈਮ ਥੋੜੀ ਮੁਸ਼ਕਿਲ ਹੁੰਦੇ ਸੀ, ਲੇਕਿਨ ਕਿਰਪਾਨਾਂ ਕੱਢ ਲੈਣੀਆਂ, ਪੁਲਿਸ ਨੇ ਆਣਾ ਤੇ ਮਾਤਾ ਜੀ ਨੂੰ ਅਸੀਂ ਦੇਖਣਾ, ਫਿਰ ਲੰਗਰ ਵਾਸਤੇ ਬਾਲਟੀਆਂ ਚੁੱਕਣੀਆਂ, ਘਰ ਘਰ ਰਸਤ ਇਕੱਠੀ ਕਰਨੀ। ਇਹ ਸਾਰੀਆਂ ਗੱਲਾਂ ਮਾਂ ਵੱਲ ਦੇਖ ਕੇ ਇੱਕ ਜੋਸ਼ ਉਦੋਂ ਹੀ ਬਣ ਜਾਂਦਾ ਸੀਗਾ। ਜਿਉਂ-ਜਿਉਂ ਵੱਡੇ ਹੋਏ ਤੇ ਮਹਾਰਾਜ ਨੇ ਸੇਵਾ ਤੇ ਮਹਾਰਾਜ ਨੇ ਲਈ, ਲੰਗਰ ਜਾ ਕੇ ਬਣਾਉਣਾ ਤੇ ਲੱਗਣਾ ਕਿ ਮੇਰੇ ਬਿਨਾ, ਹੁਣ ਮੈਂ ਬਹੁਤ ਛੋਟੀ ਸੀ ਲੇਕਿਨ ਲੰਗਰ ਦੀ ਸੇਵਾ ਕਰਨੀ, ਲੱਗਣਾ ਕਿ ਪਤਾ ਨਹੀਂ ਹੁਣ ਮੈਂ ਚਲੀ ਜਾਵਾਂਗੀ ਤੇ ਪ੍ਰਸ਼ਾਦੇ ਹੀ ਨਹੀਂ ਬਣਨੇ ਪੂਰੇ। ਤੇ ਇਹ ਸੇਵਾ ਸਾਰੀ ਬਖਸ਼ਿਸ਼ ਸਤਿਗੁਰਾਂ ਦੀ ਹੈ, ਮਾਂ ਤੋਂ ਹੀ। ਅੱਛਾ ਭੈਣ ਜੀ, ਇੱਕ ਹੁੰਦਾ ਹੈ ਨਾ ਕਿ ਜੀਵਨ 'ਚ ਸਾਡੇ 'ਚ ਕੋਈ ਐਸਾ ਸਮਾਂ ਆਉਂਦਾ ਹੈ, ਕਿਉਂਕਿ ਧੀਆਂ ਦੇ ਦੋ ਜਨਮ ਹੁੰਦੇ ਹਨ। ਤੇ ਆਪ ਜੀ ਦੇ ਜੀਵਨ 'ਚ ਕਦੀ ਐਸਾ ਹੋਇਆ ਕਿ ਜਿਸ ਤਰ੍ਹਾਂ ਪਹਿਲੇ ਆਪ ਜੀ ਨੇ ਦੱਸਿਆ ਕਿ ਆਪ ਜੀ ਨੇ ਮਾਂ ਤੋਂ, ਆਪਣੀ ਮਾਤਾ ਜੀ ਤੋਂ ਸਿੱਖਿਆ ਕਿ ਜਦੋਂ ਗੁਰਦੁਆਰੇ ਜਾਂਦੇ ਹੁੰਦੇ ਸੀ, ਸੇਵਾਵਾਂ ਕਰਦੇ ਸੀ, ਤੇ ਉਹਨਾਂ ਤੋਂ ਦੇਖ ਕੇ ਆਪ ਜੀ ਦੇ ਅੰਦਰ ਵੀ ਚਾਅ ਆਉਂਦਾ ਸੀ। ਤੇ ਜਦ ਆਪ ਜੀ ਦਾ ਵਿਆਹ ਹੋਇਆ ਉਸ ਤੋਂ ਬਾਅਦ ਕੀ ਇਹ ਸੇਮ ਆਪ ਜੀ ਦਾ ਜੀਵਨ ਸੀ? ਤੁਹਾਡਾ ਜੀਵਨ ਸਾਥੀ ਵੀ ਇਸੇ ਤਰ੍ਹਾਂ ਆਪ ਜੀ ਨੂੰ ਗੁਰਸਿੱਖ ਮਿਲੇ? ਹਾਂਜੀ ਭੈਣ ਜੀ, ਮੈਂ ਜਿਸ ਪਰਿਵਾਰ 'ਚ ਗਈ ਪੂਰੇ ਗੁਰੂ ਸਿੱਖ ਪਰਿਵਾਰ ਸੀ। ਮੇਰੀ ਸੱਸ ਸਹੁਰੇ ਦੀ ਵੀ ਬਹੁਤ ਗੁਰੂ ਪ੍ਰਤੀ ਸੇਵਾ ਸੀ, ਗੁਰਦੁਆਰੇ ਦੇ ਪ੍ਰਤੀ ਸੇਵਾ ਸੀ। ਮੇਰੇ ਹਸਬੈਂਡ ਬਹੁਤ ਜ਼ਿਆਦਾ ਗੁਰਦੁਆਰੇ ਜਾਂਦੇ ਸੀਗੇ। ਮਹਾਰਾਜ ਦੀ ਬੜੀ ਬਖਸ਼ਿਸ਼ ਹੋਈ ਕਿ ਅੱਜ ਅਗਰ ਮੈਂ ਇਸ ਜਗ੍ਹਾ ਤੇ ਮੈਂ ਅਗਰ ਪਹੁੰਚੀ ਹਾਂ, ਇਸ ਜਗ੍ਹਾ ਤੇ ਪਹੁੰਚ ਗਈ ਹਾਂ, ਤਾਂ ਉਹਦਾ ਇਹ ਵੇ ਕਿ ਮੇਰੇ ਹਸਬੈਂਡ ਨੇ ਮੈਂ ਪੂਰਾ ਕੋਆਪਰੇਟ ਕੀਤਾ ਮੇਰੇ ਨਾਲ। ਔਰ ਬਾਬਾ ਜੀ ਦੀ ਕਿਰਪਾ ਨਾਲ ਫਿਰ ਸੇਵਾ ਤੇ ਨਿਕਲੇ। ਪਰ ਇੱਕ ਜੀਵਨ 'ਚ ਕਹਿੰਦੇ ਨਾ ਕਿ ਕੋਈ ਚੀਜ਼ ਅੱਗੇ ਜਨੂਨ ਬਣਦਾ ਤਾਂ ਹੀ ਹੈ ਕਿ ਕੋਈ ਨਾ ਕੋਈ ਜਿਵੇਂ ਝਟਕਾ ਜਿਵੇਂ ਲੱਗੇ, ਤੇ ਉਹ ਮੇਰੇ ਜੀਵਨ 'ਚ ਇਹ ਹੋਇਆ ਜੀ। ਕਿ ਪਹਿਲੇ ਦੇ ਵਿਆਹ ਤੋਂ ਬਾਅਦ ਅਸੀਂ ਰਿਸ਼ਤੇਦਾਰੀਆਂ 'ਚ ਜਾਣਾ, ਘੁੰਮਣਾ ਫਿਰਨਾ, ਤੇ ਰਿਸ਼ਤੇਦਾਰਾਂ ਨੂੰ ਵੀ ਆਏ ਦਿਨ ਹਫਤਾ ਨਹੀਂ ਪੈਣਾ, ਘਰ ਬੁਲਾ ਲੈਣਾ, ਪਾਰਟੀਆਂ ਸ਼ੁਰੂ ਹੋ ਜਾਣੀਆਂ। ਲੇਕਿਨ ਕਹਿੰਦੇ ਫਿਰ ਇੱਕ ਸਮੇਂ ਆਇਆ ਕਿ ਬਿਲਕੁਲ ਮੇਰੇ ਹਸਬੈਂਡ ਦਾ ਕੰਮ, ਬਿਲਕੁਲ ਠੇਕੇਦਾਰੀ ਦਾ ਕੰਮ ਸੀ, ਬਿਲਕੁਲ ਖਤਮ ਹੋ ਗਿਆ। ਕੰਸਟਰਕਸ਼ਨ ਦਾ ਕੰਮ ਸੀਗਾ, ਜੋ ਕੰਮ ਨਾ ਰਿਹਾ ਤੇ ਫਿਰ ਘਾਟਾ ਪਿਆ। ਤੇ ਘਾਟਾ ਅੱਛਾ ਪਿਆ ਕਿ ਘਰ 'ਚ ਖਾਣ ਦੇ ਵੀ ਫਾਕੇ ਪੈ ਗਏ। ਤਾਂ ਉਸ ਘੜੀ ਦੇਖਿਆ ਕਿ ਕੋਈ ਵੀ ਰਿਸ਼ਤੇਦਾਰ, ਕੋਈ ਅੱਗੇ ਆ ਕੇ ਕੋਈ ਸਹਾਰਾ ਦੇਣ ਵਾਲਾ ਨਹੀਂ ਸੀ, ਕੋਈ ਕੰਮ ਆਉਣ ਵਾਲਾ ਨਹੀਂ ਸੀ। ਉਸ ਟਾਈਮ ਸਮਝ ਆਈ ਕਿ ਫਿਰ ਹੁੰਦਾ ਸੀ ਕਿ ਗੁਰਦੁਆਰੇ ਜਾਣਾ, ਲੰਗਰ ਖਾਣਾ, ਬੱਚਿਆਂ ਨੂੰ ਵੀ ਖਵਾਉਣਾ,
फिर लगा कि नहीं, फिर तुर पे गुरुद्वारे। फिर गुरु घर दी सेवा च महाराज ने सेवा लई। लैण वाले ते सतगुरु सी, लेकिन फिर मुड़ के रिश्तेदारी च नहीं देखा कोई सुख या कोई दुख। रिश्तेदारी च भी आंदा सी, पर मैं सेवा ਨੂੰ ਪਹਿਲੇ ਇੱਕ ਲక్ష్य ਬਣਾ ਲਿਆ ਸੀ ਕਿ ਸੇਵਾ ਨੂੰ ਫਸਟ, ਸੇਵਾ ਨੂੰ ਮੈਂ ਪਹਿਲੇ ਦੇਖਦੀ ਸੀ। ਸੇਵਾ ਲਈ ਮੈਂ ਰਿਸ਼ਤੇਦਾਰ ਮੈਂ ਸੋਚਦੀ ਸੀ ਕੋਈ ਹੁਣ ਨਾਰਾਜ਼ ਹੁੰਦਾ ਹੈ ਤੇ ਹੋ ਜਾਏ। ਮਹੱਲੇ 'ਚ ਵੀ ਜਨਾਨੀਆਂ ਨੇ ਕਹਿਣਾ ਹੈ ਹਮ ਤੋਂ ਵੀ ਵਿਆਹ ਲਏ ਬੱਚੇ ਤੇ ਥੈਲਾ ਚੁੱਕ ਕੇ ਅਸੀਂ ਵੀ ਰਾਣੀ ਭੈਣ ਜੀ ਨਾਲ ਤੁਰ ਪੈਣਾ। ਮੈਂ ਕਹਿਣਾ ਅੱਛਾ ਚੱਲੋ ਤੇ ਸਹੀ, ਇੱਕ ਕਦਮ ਚੱਲੋ, ਚੱਲੋ ਮੇਰੇ ਨਾਲ। ਪਰ ਮਹਾਰਾਜ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਣੀ ਭੈਣ ਜੀ, ਜਿਸ ਤਰ੍ਹਾਂ ਆਪ ਜੀ ਨੂੰ ਸਭ ਜਾਣਦੇ ਹਨ ਕਿ ਤੁਸੀਂ ਬਰਾਸੋ ਪਾਲਿਸ਼ ਵਾਲੇ ਭੈਣ ਜੀ ਹੋ, ਤੇ ਆਪ ਜੀ ਸਾਨੂੰ ਉਹਦੇ ਬਾਰੇ ਦੱਸੋ ਕਿ ਉਹ ਤੁਹਾਡੀ ਜੋ ਸੇਵਾ ਸੀ ਕਿਵੇਂ ਸ਼ੁਰੂ ਹੋਈ, ਤੇ ਆਪ ਜੀ ਕਿਹੜੇ-ਕਿਹੜੇ ਗੁਰਦੁਆਰਿਆਂ ਵਿੱਚ ਸੇਵਾਵਾਂ ਕਰਨ ਜਾਂਦੇ ਹੋ, ਤੇ ਕਦੋਂ-ਕਦੋਂ ਜਾਂਦੇ ਹੋ, ਕਿਸ ਤਰ੍ਹਾਂ ਔਰ ਕਦੋਂ ਤੋਂ ਤੁਸੀਂ ਇਹ ਸੇਵਾ ਸ਼ੁਰੂ ਕੀਤੀ? ਹਾਂਜੀ ਭੈਣ ਜੀ, ਇਹ 98 ਦੀ ਗੱਲ ਹੈ। ਬਸ ਬਰਾਸੋ ਪਾਲਿਸ਼ ਲਈ ਅਸੀਂ ਨਿਕਲਿਆ। ਹੌਲੀ ਹੌਲੀ ਪਤਾ ਨਹੀਂ ਮਹਾਰਾਜ ਨੇ ਕਿਸ ਤਰ੍ਹਾਂ ਰੰਗ ਲਾ ਦਿੱਤਾ ਕਿ ਪੂਰੀ ਹੁਣ ਇਸ ਟਾਈਮ, ਉਸ ਟਾਈਮ ਹੀ ਸ਼ੁਰੂ ਕਰਤਾ ਸੀ ਬੱਸ ਵਿੱਚ ਜਾਣਾ। ਔਰ ਬੱਸ ਵਿੱਚ ਅੱਜ ਵੀ 26 ਸਾਲ ਹੋ ਗਏ ਨੇ। ਬੱਸ ਵਿੱਚ ਅੱਜ ਵੀ 40-50 ਸ਼ਰੀਰ, 55 ਸ਼ਰੀਰ ਮੇਰੇ ਨਾਲ ਹੁੰਦੇ ਨੇ, ਸੇਵਾ ਲਈ ਨਾਲ ਚੱਲਦੇ ਨੇ। ਹਰਮੰਦਰ ਸਾਹਿਬ ਦੀ ਸੇਵਾ ਹਰ ਮਹੀਨੇ ਜਾ ਕੇ ਕਰੀਦੀ ਹੈ। ਬਹੁਤ ਗੁਰੂ ਰਾਮਦਾਸ ਦੀ ਕਿਰਪਾ ਹੈ। ਉਸ ਤੋਂ ਪੂਰੇ 15 ਦਿਨ ਬਾਅਦ ਕੇਸ਼ਗੜ੍ਹ ਸਾਹਿਬ ਦੀ। ਫਿਰ ਸਾਲ 'ਚ ਇੱਕ ਵਾਰੀ ਜ਼ਰੂਰ ਮਨੀਕਰਨ ਸਾਹਿਬ, ਸਾਲ 'ਚ ਨਹੀਂ ਮਤਲਬ 2-3 ਸਾਲਾਂ 'ਚ ਮਨੀਕਰਨ ਸਾਹਿਬ ਦੀ ਸੇਵਾ ਕਰਨ ਨਿਕਲੀਦਾ। ਤੇ 2 ਸਾਲ ਪੈ ਜਾਣ ਤੇ ਹੇਮਕੁੰਟ ਸਾਹਿਬ। ਹੇਮਕੁੰਟ ਸਾਹਿਬ ਪਹਿਲੇ ਅਸੀਂ ਲਗਾਤਾਰ ਜਾਂਦੇ ਰਹੇ। 18 ਸਾਲ ਗੁਰੂ ਮਹਾਰਾਜ ਬਰਾਸੋ ਪਾਲਿਸ਼ ਦੀ ਸੇਵਾ ਲਈ ਲਗਾਤਾਰ ਲੈ ਕੇ ਗਏ। ਇਹ ਤਰਾਸਦੀ ਆਈ ਤੇ ਉਸ ਤੋਂ ਬਾਅਦ ਕੰਮ ਥੋੜਾ ਰੁਕ ਗਿਆ ਹੇਮਕੁੰਟ ਸਾਹਿਬ ਦਾ। ਔਰ ਆਪਣੇ ਜਿੰਨੇ ਤਖਤ ਨੇ, ਸਾਬੋ ਕੀ ਤਲਵੰਡੀ, ਉੱਥੇ ਵੀ ਅਸੀਂ ਕੋਈ 2-3 ਮਹੀਨੇ ਜਾਂ 6 ਮਹੀਨੇ ਵੀ ਪੈ ਜਾਂਦੇ ਨੇ ਉੱਥੇ। ਲੇਕਿਨ ਹਰਮੰਦਰ ਸਾਹਿਬ, ਕੇਸ਼ਗੜ੍ਹ ਸਾਹਿਬ ਤੇ ਹਰ ਮਹੀਨੇ ਦਾ ਹੀ ਹੈ। ਔਰ ਸਾਲ 'ਚ ਇੱਕ ਵਾਰੀ ਹਜੂਰ ਸਾਹਿਬ ਜਾ ਕੇ ਇਹੀਓ ਪਾਲਿਸ਼ ਦੀ ਸੇਵਾ ਨਿਭਾਈ ਦੀ ਹੈ। ਜਿੰਨੇ ਆਸ-ਪਾਸ ਗੁਰਦੁਆਰੇ ਔਰ ਹਜੂਰ ਸਾਹਿਬ ਜਿੰਨੀ ਸੇਵਾ, ਇਹ ਸਾਰੀਆਂ ਸੇਵਾਵਾਂ ਜਿੰਨੀਆਂ ਵੀ ਆਸ-ਪਾਸ ਉਹ ਵੀ ਨਿਭਾਈ ਦੀਆਂ। ਪਟਨਾ ਸਾਹਿਬ ਰਹਿ ਭੈਣ ਜੀ, ਜਿਸ ਤਰ੍ਹਾਂ ਕਹਿੰਦੇ ਹੈ ਕਿ ਸਾਡੇ ਮਤਲਬ ਸੇਵਾ ਕਰਨ ਲੱਗਿਆ ਕਲਯੁਗ ਜ਼ਰੂਰ ਵਰਤਦਾ ਹੈ, ਤੇ ਕਦੀ ਆਪ ਜੀ ਨਾਲ ਕੋਈ ਐਸਾ ਇੰਸੀਡੈਂਟ ਹੋਇਆ ਜਿਹਦੇ ਵਿੱਚ ਕਦੀ ਆਪ ਨੂੰ ਲੱਗਦਾ ਹੋਏ ਕਿ ਹੁਣ ਤੇ ਬਸ ਹੁਣ ਸੇਵਾ ਨਹੀਂ ਕਰ ਪਾਵਾਂਗੀ ਜਾਂ ਹੁਣ ਮੈਂ ਅੱਗੇ ਨਹੀਂ ਚੱਲ ਪਾਵਾਂ? ਕਦੀ ਐਸਾ ਕੋਈ ਹਾਦਸਾ ਜਾਂ ਆਪ ਜੀ ਨਾਲ ਕੋਈ ਐਸਾ ਇੰਸੀਡੈਂਟ ਹੋਇਆ ਕਿ ਤੁਹਾਨੂੰ ਲੱਗਿਆ ਕਿ ਹੁਣ ਮੈਂ ਸੇਵਾ ਤੇ ਨਹੀਂ ਜਾ ਸਕਦੀ? ਸਾਨੂੰ ਅਗਰ ਐਸਾ ਕੁਝ ਹੈ ਤੇ ਪਲੀਜ਼ ਸ਼ੇਅਰ ਕਰੋ। ਵੈਸੇ ਤੇ ਭੈਣ ਜੀ ਮੇਰੇ ਤੇ ਮਹਾਰਾਜ ਦੀ ਬਹੁਤ ਵੱਡਾ ਹੱਥ ਹੈ, ਮੇਰੇ ਸਿਰ ਤੇ ਬਖਸ਼ਿਸ਼ ਹੈ ਮਹਾਰਾਜ ਦੀ ਕਿ 25-26 ਸਾਲ ਤੋਂ ਮੈਂ ਸੇਵਾ ਨਿਭਾ ਰਹੀ ਹਾਂ। ਕੋਈ ਵੀ ਅਗਰ ਦੁੱਖ ਦੀ ਘੜੀ ਆਂਦੀ ਤੇ ਉਹ ਸੇਵਾ ਟੱਪ ਕੇ ਹੀ ਆਂਦੀ ਅੱਗੇ ਪਿੱਛੇ। ਜਿਸ ਤਰ੍ਹਾਂ ਮੇਰੇ ਸੱਸ ਪੂਰੇ ਹੋ ਗਏ ਤੇ ਜਦੋਂ ਮੈਂ ਦੱਸਿਆ ਤੇ ਕਈ ਕਹਿੰਦੇ ਅੱਗੇ ਸੁਣਿਆ ਹੀ ਨਹੀਂ ਕਿ ਤੁਹਾਡੀ ਸੱਸ ਵੀ ਹੈਗੇ ਨੇ। ਮਤਲਬ ਕੋਈ ਵੀ ਅਗਰ ਮੇਰੇ ਨਾਲ ਕੋਈ ਘਟਨਾ ਵੀ ਹੋਈ ਹੈ ਤਾਂ ਉਹ ਸਮੇਂ ਜ਼ਰੂਰ ਮਹਾਰਾਜ ਨੇ ਮੈਨੂੰ ਬਖਸ਼ਿਆ ਕਿ ਮੈਂ ਕਲੀਅਰ ਹੋ ਕੇ ਚਲੀ ਜਾਂਦੀ ਸੀ ਸੇਵਾ ਨਿਭਾਉਣ ਲਈ। ਲੇਕਿਨ ਫਿਰ ਘੜੀ ਆਈ, ਕੋਈ 8-10 ਸਾਲ ਪਹਿਲੇ ਦੀ ਗੱਲ ਹੈ ਕਿ ਐਕਸੀਡੈਂਟ ਹੋ ਗਿਆ ਮਨੀਕਰਨ ਸਾਹਿਬ ਜਾਂਦੇ ਹੋਏ ਤੇ ਮੇਰੇ ਫ੍ਰੈਕਚਰ ਹੋ ਗਿਆ। ਰਿਬਸ ਵੀ ਉਹ 2-3 ਹੱਡੀਆਂ ਰਿਬਸ ਦੀਆਂ ਟੁੱਟੀਆਂ ਔਰ ਮੇਰੀ ਲੱਤਾਂ ਦੀਆਂ ਹੱਡੀਆਂ ਟੁੱਟੀਆਂ, ਫ੍ਰੈਕਚਰ ਹੋ ਗਿਆ। ਹਾਂਜੀ ਭੈਣ ਜੀ, ਕਲਯੁਗ ਤੇ ਬੜਾ ਵਰਤ ਜਾਂਦਾ ਕਈ ਵਾਰੀ, ਪਰ ਮੇਰੇ ਤੇ ਇੰਨੀ ਬਖਸ਼ਿਸ਼ ਹੈ ਕਿ ਜਿੰਨੀ ਵਾਰੀ ਮੈਂ ਅੱਜ 25-26 ਸਾਲ ਤੋਂ ਅਗਰ ਮੈਂ ਜਾ ਰਹੀ ਹਾਂ ਸੇਵਾ ਨਿਭਾ ਰਹੀ ਹਾਂ ਮਹਾਰਾਜ ਦੀ, ਤੇ ਮਹਾਰਾਜ ਦੀ ਕਿਰਪਾ ਨਾਲ ਹੀ ਕਦਮ ਪੁੱਟੇ ਜਾਂਦੇ ਨੇ ਔਰ ਮਹਾਰਾਜ ਪੂਰੀ ਬਖਸ਼ਿਸ਼ ਕਰਦੇ ਨੇ। ਮੈਂ ਜਿੰਨੀ ਵਾਰੀ ਗਈ ਹਾਂ ਕਿ ਕੋਈ ਦੁੱਖ ਸੁੱਖ ਅਗਰ ਰਿਸ਼ਤੇਦਾਰਾਂ ਚ ਆਉਂਦਾ ਹੈ ਤੇ ਉਹ ਸਮੇਂ ਮੈਨੂੰ ਜ਼ਰੂਰ ਵਿੱਚ ਮੈਨੂੰ ਮਿਲ ਜਾਂਦਾ ਕਿ ਮੈਨੂੰ ਛੁੱਟੀ ਨਹੀਂ ਕਰਨੀ ਪੈਂਦੀ। ਮਹਾਰਾਜ ਪੂਰੇ ਮਹੀਨੇ ਦੇ ਮਹੀਨੇ ਸੇਵਾ ਲੈ ਲੈਂਦੇ ਨੇ। ਲੇਕਿਨ ਇਹ ਕੋਈ 8 ਸਾਲ ਪਹਿਲੇ ਮੇਰੇ ਮਨੀਕਰਨ ਸਾਹਿਬ ਜਾਂਦੇ ਮੇਰੇ ਫ੍ਰੈਕਚਰ ਹੋ ਗਿਆ ਸੀ ਐਕਸੀਡੈਂਟ ਵਿੱਚ। ਤਾਂ ਵੀ ਮਹਾਰਾਜ ਨੇ ਇੰਨੀ ਹਿੰਮਤ ਮੈਨੂੰ ਬਖਸ਼ੀ ਕਿ ਮੈਂ ਉਹ ਫ੍ਰੈਕਚਰ ਦੇ ਵਿੱਚ ਵੀ ਹਰਮੰਦਰ ਸਾਹਿਬ ਦੀ ਸੇਵਾ ਨਿਭਾ ਕੇ ਆਈ। ਉਸ ਤੋਂ ਬਾਅਦ 1918 ਦੇ ਵਿੱਚ ਮੈਨੂੰ ਹੁਣ ਜਨਵਰੀ ਚ ਜਾ ਕੇ 2 ਸਾਲ ਪਹਿਲਾਂ ਤਾਂ ਵੀ ਮੇਰੇ ਘਰ ਦੇ ਵਿੱਚ ਹੀ ਮੈਂ ਆਪਣਾ ਗਿਰ ਗਈ ਤੇ ਮੇਰੇ ਫ੍ਰੈਕਚਰ ਹੋ ਗਿਆ ਔਰ ਮੇਰਾ ਮੇਜਰ ਆਪਰੇਸ਼ਨ ਹੋਇਆ, ਪਲੇਟ ਪਈ ਮੇਰੇ। ਉਸ ਤੋਂ ਪੂਰੇ 8 ਦਿਨ ਬਾਅਦ ਹਜੂਰ ਸਾਹਿਬ ਦੀ ਸੰਗਤ ਨਾਲ ਜਾਣਾ ਸੀ, ਕੋਈ ਪੌਣੇ 200 ਦੇ ਕਰੀਬ ਸੰਗਤ ਸੀ। ਹੁਣ 8 ਦਿਨ ਸਿਰਫ ਜਾਨ ਚ ਰਹਿ ਗਏ, ਲੇਕਿਨ ਮਹਾਰਾਜ ਨੇ ਕਿੱਥੋਂ ਮੈਨੂੰ ਤਾਕਤ ਬਖਸ਼ਤੀ। ਕਿੱਥੇ ਤੇ ਡਾਕਟਰ ਕਹਿ ਰਹੇ ਸੀ ਕਿ ਤੁਹਾਨੂੰ ਐਕਸਰਸਾਈਜ਼ ਕਰਨੀ ਪਏਗੀ, ਇਹ ਤੁਹਾਨੂੰ ਘਰ 700 ਰੁਪਏ ਲਏਗਾ, ਇਹ ਵਾਲੀ ਐਕਸਰਸਾਈਜ਼ ਕਰਾਏਗਾ। ਮੈਂ ਉਹਨੂੰ ਮਨਾ ਕਰ ਦਿੱਤਾ, ਮੈਂ ਕਿਹਾ ਇਹ ਤੇ ਮੈਂ ਆਪੇ ਹੀ ਕਰ ਲਵਾਂਗੀ ਇਹ ਵਾਲੀ ਐਕਸਰਸਾਈਜ਼ ਤੇ। ਔਰ ਪੂਰੇ 8 ਦਿਨ ਬਾਅਦ ਕਿੱਥੋਂ ਤਾਕਤ ਦੇਤੀ, ਕਿਸ ਤਰ੍ਹਾਂ ਨੀਚੇ ਉਤਰੀਆਂ ਵਾਕਰ ਲੈ ਕੇ, ਵੀਲ ਚੇਅਰ
ਤੇ ਬੈਠ ਕੇ ਅੱਗੋਂ ਦੀ ਸਟੇਸ਼ਨ ਤੋਂ, ਔਰ ਮਹਾਰਾਜ ਨੇ ਮੇਰੀ ਐਕਸਰਸਾਈਜ਼ ਕਰਾਤੀ। ਜਿਹੜੇ ਕਿਸੇ ਨੂੰ ਅਗਰ ਚੋਟ ਲੱਗਦੀ ਹੈ ਤਾਂ ਪੂਰਾ ਪੂਰਾ ਕਈ ਚਿਰ ਕਹਿੰਦਾ ਰਹਿੰਦਾ ਕਿ ਉਹਦਾ ਉਹ ਪਾਸਾ ਵਰਕ ਨਹੀਂ ਕਰਦਾ, ਜਾਮ ਹੋ ਜਾਂਦਾ, ਨਹੀਂ ਹਿਲਦਾ। ਲੇਕਿਨ ਮਹਾਰਾਜ ਨੇ ਹੱਥੋਂ ਹੱਥ ਮੈਨੂੰ ਬਹੁਤ, ਮੇਰੇ ਤੇ ਸਤਿਗੁਰਾਂ ਦੀ ਬਹੁਤ ਕਿਰਪਾ ਵਾ। ਇਸ ਤਰ੍ਹਾਂ ਭੈਣ ਜੀ ਆਪ ਜੀ ਨੇ ਦੱਸਿਆ ਕਿ ਤੁਹਾਨੂੰ ਲੰਗਰ ਦੀ ਸੇਵਾ ਕਰਨ ਦਾ ਬਹੁਤ ਸ਼ੌਕ ਹੈ, ਤੇ ਤੁਸੀਂ ਬਰਾਸੋ ਦੀ ਪਾਲਿਸ਼ ਦੇ ਨਾਲ ਲੰਗਰ ਦੀ ਸੇਵਾਵਾਂ ਵੀ ਆਪ ਜੀ ਦੱਸ ਰਹੇ ਸੀ ਕਿ ਕੁਝ ਕਰਦੇ ਹੋ, ਉਹਦੇ ਚ ਸਾਨੂੰ ਦੱਸੋ ਕੀ ਸੇਵਾਵਾਂ ਆਪ ਜੀ ਪਾਉਂਦੇ ਹੋ। ਹਾਂਜੀ ਜੀ, ਆਪਣੇ ਗੁਰਦੁਆਰੇ ਵੀ ਮਹਾਰਾਜ ਨੇ ਬੜੀ ਸੇਵਾ ਲਈ। ਕਿੰਨੀ ਕਿੰਨੀ ਦਾਲ ਬੰਨੀ, ਪਤਾ ਨਹੀਂ ਕਿਸ ਤਰ੍ਹਾਂ ਪਤੀਲੇ ਚੁਕਵਾ ਲੈਂਦੇ ਸੀ, ਇੱਕ ਸੇਵਾਦਾਰ ਤੇ ਇੱਕ ਮੈਂ। ਮਹਾਰਾਜ ਨੇ ਕਾਫੀ ਸੇਵਾ ਲਈ ਸਤਿਗੁਰੂ ਨੇ। ਔਰ ਹਜੂਰ ਸਾਹਿਬ ਸੱਚਖੰਡ ਤੋਂ ਕੋਈ 8-9 ਸਾਲ ਤੋਂ ਹਜੂਰ ਸਾਹਿਬ ਸੱਚਖੰਡ ਦੇ ਵਿੱਚ ਸਾਲ 'ਚ 2 ਵਾਰੀ ਪ੍ਰਸ਼ਾਦਾ ਜ਼ਰੂਰ ਜਾਂਦਾ ਹੈ। ਔਰ ਉਸ ਤੋਂ ਹਟ ਕੇ ਵੀ ਅਗਰ ਹਜੂਰ ਸਾਹਿਬ ਤੋਂ ਕੋਈ ਸੇਵਾਦਾਰ ਅੰਮ੍ਰਿਤਸਰ ਆ ਰਹੇ ਨੇ, ਜਾਂ ਅੰਮ੍ਰਿਤਸਰ ਤੋਂ ਕੋਈ ਹਜੂਰ ਸਾਹਿਬ ਜਾ ਰਹੇ ਨੇ, ਜੋ ਮੇਰੇ ਜਾਣਕਾਰ ਨੇ, ਜੇ ਮੈਨੂੰ ਉਹ ਕਹਿੰਦੇ ਨੇ ਕਿ ਸਾਨੂੰ ਭੈਣ ਜੀ ਪ੍ਰਸ਼ਾਦਾ ਚਾਹੀਦਾ 10 ਬੰਦਿਆਂ ਦਾ, 2 ਦਾ ਜਾਂ 20 ਦਾ, ਤੇ ਉਹ ਵੀ ਮਹਾਰਾਜ ਸੇਵਾ ਲੈਂਦੇ ਨੇ। ਇਹ ਕਿਰਪਾ ਸਤਿਗੁਰਾਂ ਦੀ। ਠੀਕ ਹੈ। ਤੇ ਭੈਣ ਜੀ ਜਿਸ ਤਰ੍ਹਾਂ ਮੈਂ ਜਾਣਦੀ ਹਾਂ ਕਿ ਆਪ ਜੀ ਗੁਰਬਾਣੀ ਨਾਲ ਵੀ ਜੁੜੇ ਹੋਏ ਹੋ, ਤੇ ਸੇਵਾਵਾਂ ਦੇ ਇਲਾਵਾ ਆਪ ਜੀ ਕੀਰਤਨ ਸੁਖਮਨੀ ਸਾਹਿਬ ਦਾ ਵੀ ਜਥਾ ਆਪ ਜੀ ਦਾ ਹੈ, ਤੇ ਆਪਣੇ ਜੋ ਏਰੀਆ ਦਾ ਗੁਰਦੁਆਰਾ ਹੈ ਤੁਸੀਂ ਉਹਦੀ ਇਸਤਰੀ ਸਤਸੰਗ ਦੇ ਹੈਡ ਵੀ ਹੋ, ਤੇ ਉਹ ਸੇਵਾਵਾਂ ਆਪ ਜੀ ਕਿਸ ਤਰ੍ਹਾਂ ਕਿਵੇਂ ਸ਼ੁਰੂ ਕੀਤੀਆਂ ਤੇ ਕਿਵੇਂ ਆਪ ਜੀ ਨਿਭਾ ਰਹੇ ਹੋ। ਬਸ ਜੀ ਭੈਣ ਜੀ, ਗੁਰਦੁਆਰੇ ਆਂਦੇ ਆਂਦੇ ਲੰਗਰ ਦੀ ਸੇਵਾ ਕਰਦੇ ਕਰਦੇ, ਅਸੀਂ ਤੇ ਹਿੰਦੀ ਸਕੂਲਾਂ 'ਚ ਬੜੇ, ਉਸ ਟਾਈਮ ਤੇ ਪੰਜਾਬੀ ਹੁੰਦੀ ਨਹੀਂ ਸੀ, ਹਿੰਦੀ ਸਕੂਲਾਂ ਜਾਣਦੇ ਨਹੀਂ ਸੀ। ਪਰ ਸਾਡੀ ਮਾਤਾ ਜੀ ਨੇ ਜੀਬੀ ਕਿਤੇ ਕੀਤੀ ਸੀਗੀ, ਉਹਨਾਂ ਨੇ ਮੈਨੂੰ ਊੜਾ ਐੜਾ ਸਿਖਾਇਆ। ਊੜਾ ਐੜਾ ਉਹਨਾਂ ਕੋਲ ਬੜੇ ਸ਼ੌਂਕ ਨਾਲ ਸਿੱਖ ਕੇ ਫਿਰ ਗੁਰੂ ਦੀ ਕਿਰਪਾ ਨਾਲ ਇਸਤਰੀ ਸਤਸੰਗ ਦੇ ਵਿੱਚ ਬੈਠਣਾ, ਸੁਖਮਨੀ ਸਾਹਿਬ ਦਾ ਪਾਠ ਹੋਣਾ, ਤੇ ਪਿੱਛੇ ਬੋਲ ਬੋਲ ਕੇ ਕਿਸ ਟਾਈਮ ਪੰਜਾਬੀ ਦੇ ਵਿੱਚ ਕਰਨ ਲੱਗ ਪਈ। ਫਿਰ ਮੈਂ ਹਰਜੀਤ ਭੈਣ ਜੀ ਦਾ ਬੜਾ ਸ਼ੁਕਰੀਆ ਕਰਦੀ ਹਾਂ ਕਿ ਸ਼੍ਰੀ ਸੁਖਮਨੀ ਸਾਹਿਬ ਨੂੰ ਸ਼ੁੱਧ ਕਰਨ ਲਈ ਮੈਨੂੰ ਇਹਨਾਂ ਕੋਲ ਮੈਂ ਆਈ ਹਾਂ, ਇਹਨਾਂ ਨੇ ਮੈਨੂੰ ਬੜੇ ਪਿਆਰ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ ਮੈਨੂੰ ਸ਼ੁੱਧ ਕਰਵਾਇਆ। ਪਰ ਦੇਖੋ ਐਸਾ ਸ਼ੁੱਧ ਕਰਵਾਇਆ ਕਿ ਉਹ ਇੰਨਾ ਮਹਾਰਾਜ ਨੇ ਰਸ ਭਰ ਦਿੱਤਾ ਕਿ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੀ ਮੈਨੂੰ ਇੰਨਾ ਫੇਮ ਇੰਨਾ ਮਿਲ ਗਿਆ ਕਿ ਮੈਂ ਦੱਸ ਨਹੀਂ ਸਕਦੀ, ਕਿ ਸੰਗਤ ਇੰਨਾ ਮੈਨੂੰ ਪਿਆਰ ਕਰਦੀ ਹੈ। ਵਿੱਚ ਮੈਂ ਕੀਰਤਨ ਬਾਬਾ ਜੀ ਨੇ ਸੇਵਾ ਲੈਣੀ ਸ਼ੁਰੂ ਕਰਤੀ। ਜਿੰਨੇ ਸ਼ਬਦ ਮੈਨੂੰ ਨਹੀਂ ਆਉਂਦੇ ਉਸ ਤੋਂ ਬਾਅਦ ਮੈਂ ਸੰਗਤਾਂ ਨੂੰ ਨਾਲ ਨਾਲ ਸਿਖਾਏ। ਢੋਲਕੀ ਮੈਂ ਕਹਿੰਦੀ ਹੁੰਦੀ ਹਾਂ ਕਿ 2 ਮਿੰਟ 'ਚ ਆ ਜਾਓ ਸਿੱਖ ਲਓ, ਕਿਉਂਕਿ ਢੋਲਕੀ ਮੈਂ ਬਚਪਨ ਤੋਂ ਵਜਾਉਂਦੀ ਹਾਂ। ਬਾਕੀ ਹਰਜੀਤ ਭੈਣ ਜੀ ਦੇ ਐਸਾ, ਇਹਨਾਂ ਦੇ ਜਰੀਏ ਮੇਰੇ ਤੇ ਕਿਰਪਾ ਹੋਈ ਸ਼੍ਰੀ ਸੁਖਮਨੀ ਸਾਹਿਬ ਜੀ ਦੀ, ਕਿ ਅੱਜ ਵੀ ਕੁਛ ਹੀ ਦਿਨ ਪੁਰਾਣੀ ਗੱਲ ਹੈ, ਹਲੇ ਜ਼ਿਆਦਾ ਨਹੀਂ, ਕਿ ਕਿਸੇ ਦੇ ਘਰ ਵੀ ਪਾਠ ਕਰੋ ਤਾਂ ਉਹ ਕੋਈ ਨਾ ਕੋਈ ਕਹਿ ਹੀ ਦੇਗਾ ਕੁਛ ਨਾ ਕੁਛ। ਹੁਣ ਥੋੜੇ ਦਿਨ ਪਹਿਲੇ ਹੀ ਕਿਸੇ ਦੀ ਬੇਟੀ ਆਈ ਸੀ, ਉਹ ਕਹਿੰਦੀ ਰਾਣੀ ਭੈਣ ਜੀ ਨੇ ਸੁਖਮਨੀ ਸਾਹਿਬ ਕੀਤਾ, ਮੈਨੂੰ ਬਿਲਕੁਲ ਸਮਝ ਆ ਗਈ ਹੈ, ਸਮਝ ਆ ਰਹੀ ਸੀ। ਤੇ ਉਹ ਤਰੀਕਾ ਜਿਵੇਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਇਹ ਸੇਵਾ ਮਹਾਰਾਜ ਆਪ ਲੈ ਰਹੇ ਨੇ। ਇਹ ਸ਼ੁਕਰੀਆ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ। ਜਿਸ ਤਰ੍ਹਾਂ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਨੇ ਜੋ ਸਾਡਾ ਗੁਰਸਿੱਖੀ ਜੀਵਨ ਬਣਾਇਆ ਹੈ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ, ਤੇ ਉਹਦੇ ਵਿੱਚ ਸਾਨੂੰ ਸੇਵਾਵਾਂ ਲਈ ਵੀ ਭਾਈ ਕਨਈਆ ਬਣ ਕੇ ਹਰ ਪੰਥ ਕੋਈ ਵੀ ਹੋਵੇ, ਕਿਸੇ ਧਰਮ ਦਾ ਹੋਏ, ਸਾਨੂੰ ਸੇਵਾਵਾਂ ਕਰਨ ਦਾ ਹੁਕਮ ਹੈ। ਔਰ ਸਾਨੂੰ ਐਸੀ ਸੇਧ ਮਿਲੀ ਆਪਣੇ ਗੁਰੂਆਂ ਤੋਂ, ਆਪਣੇ ਗੁਰਸਿੱਖੀ ਜੋ ਸਾਡੇ ਪਿਛਲੇ ਪੁਰਾਤਨ ਸਿੱਖ ਹਨ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਿਆ ਹੈ। ਤੇ ਭੈਣ ਜੀ ਆਪ ਜੀ ਵੀ ਸੋਸ਼ਲ ਸਰਵਿਸਿਜ਼ ਵਿੱਚ ਵੀ ਕਾਫੀ ਸੇਵਾਵਾਂ ਨਿਭਾਉਂਦੇ ਹੋ, ਤੇ ਉਹ ਤੁਹਾਡੇ ਤੋਂ ਸਤਿਗੁਰੂ ਕਿਸ ਤਰ੍ਹਾਂ ਸੇਵਾਵਾਂ ਲੈ ਰਹੇ ਹਨ, ਉਹਦਾ ਵੀ ਥੋੜਾ ਚਾਨਣਾ ਪਾਓ ਜੀ। ਮੈਂ ਵਾਹਿਗੁਰੂ ਜੀ ਦਾ ਬਹੁਤ ਸ਼ੁਕਰ ਕਰਦੀ ਹਾਂ ਕਿ ਮਹਾਰਾਜ ਨੇ ਇਹ ਵੀ ਬਖਸ਼ਿਸ਼ ਕੀਤੀ ਹੈ ਵੀ ਕੋਈ ਵੀ ਆਪਣੀ ਪ੍ਰੋਬਲਮ ਲੈ ਕੇ ਆਂਦਾ ਹੈ, ਜਾਂ ਰੋਜ਼ ਦੀ ਗੱਲਾਂ ਨੇ ਤਕਰੀਬਨ ਕੋਈ ਨਾ ਕੋਈ ਫੋਨ ਤੇ ਅਗਰ ਆਪਣੀ ਪ੍ਰੋਬਲਮ ਸ਼ੇਅਰ ਕਰਦਾ ਹੈ ਮੇਰੇ ਨਾਲ, ਤੇ ਮੈਂ ਉਹਨੂੰ ਭਾਵੇਂ ਆਸ਼ਵਾਸਨ ਦੇ ਦਾਂ, ਤੇ ਭਾਵੇਂ ਉਹਦੇ ਨਾਲ ਮੈਂ ਕਿਸ ਤਰ੍ਹਾਂ ਵੀ ਮੈਂ ਸਹਾਇਤਾ ਕਰ ਸਕਦੀ ਹਾਂ ਉਹਨੂੰ, ਕਿਸੇ ਵੀ ਤਰੀਕੇ ਦੀ ਹੋਏ, ਤੇ ਮੈਨੂੰ ਹੁੰਦਾ ਹੈ, ਮੈਨੂੰ ਖੁਸ਼ੀ ਮਿਲਦੀ ਹੈ। ਵਾਹਿਗੁਰੂ ਸੇਵਾ ਲੈਂਦੇ ਨੇ, ਜਿੰਨੀ ਕੁ ਮੇਰੇ 'ਚ ਹਿੰਮਤ ਹੈ ਪੈਸਾ ਖਰਚਣ ਦੀ, ਮੈਂ ਉਹਨਾਂ ਕੁ ਆਪਣੇ ਕੋਲੋਂ ਲਗਾ ਦਿੰਦੀ ਹਾਂ। ਅਗਰ ਕਿਸੇ ਦੇ ਧੀਆਂ ਦੇ ਵਿਆਹ ਕਰਨੇ ਆ, ਉਹ ਵੀ ਮਹਾਰਾਜ ਸੇਵਾ ਲੈਂਦੇ ਨੇ। ਤੇ ਕੋਈ ਵੱਡੇ ਸਕੇਲ ਤੇ ਨਹੀਂ ਹੈ, ਮੇਰੀ ਕੋਈ ਸੁਸਾਇਟੀ ਨਹੀਂ ਹੈ, ਬਸ ਸਿੰਪਲ ਹੀ ਹੈ ਪ੍ਰੋਗਰਾਮ, ਕਿ ਅਗਰ ਕੋਈ ਕੁੜੀਆਂ ਦਾ ਵਿਆਹ ਆ ਗਿਆ ਜਾਂ ਕਿਸੇ ਦੀ ਕੋਈ ਦਵਾਈਆਂ ਦੀ ਪ੍ਰੋਬਲਮ ਹੈ, ਉਹ ਮੈਂ ਕਰ ਦਿੰਦੀ ਹਾਂ। ਅਗਰ ਮੇਰੇ 'ਚ ਹਿੰਮਤ ਹੈ ਜਿੰਨੀ ਕਰਦੀ ਹਾਂ, ਅਗਰ ਜ਼ਿਆਦਾ ਹੈ ਤੇ ਮੈਂ ਸੰਗਤ ਦਾ ਸਹਿਯੋਗ ਵੀ ਜ਼ਰੂਰ ਲੈਂਦੀ ਹਾਂ। ਜਿਸ ਤਰ੍ਹਾਂ ਭੈਣ ਜੀ ਆਪ ਜੀ ਦੇ ਦੋਨੋਂ ਬੱਚੇ, ਇੱਕ ਬੇਟਾ ਤੇ ਬੇਟੀ ਅਮਰੀਕਾ 'ਚ ਸੈਟਲਡ ਹਨ,
ਤੇ ਕਦੀ ਤੁਸੀਂ ਜਿਸ ਤਰ੍ਹਾਂ ਉੱਥੇ ਗਏ ਇੱਕ ਦੋ ਵਾਰੀ, ਤੇ ਤੁਹਾਨੂੰ ਨਹੀਂ ਲੱਗਿਆ ਕਿ ਆਪ ਜੀ ਉੱਥੇ ਹੀ ਸੈਟਲ ਹੋ ਜਾਓ? ਕਿਉਂਕਿ ਲੋਕ ਤਾਂ ਬਹੁਤ ਇਸ ਚੀਜ਼ ਲਈ ਸਟਰਗਲ ਕਰਦੇ ਹਨ ਕਿ ਬੱਚੇ ਸਾਡੇ ਵਿਦੇਸ਼ ਹਨ ਤੇ ਅਸੀਂ ਵੀ ਉੱਥੇ ਸੈਟ ਹੋ ਜਾਈਏ, ਤੇ ਆਪ ਜੀ ਦੇ ਦਿਲ 'ਚ ਐਸੀ ਇੱਛਾ ਨਹੀਂ ਆਈ ਆ ਕਿ ਬਈ ਕੀ ਲੱਗਿਆ ਆਪ ਜੀ ਨੂੰ ਉੱਥੇ ਜਾ ਕੇ? ਹਾਂਜੀ, ਗੁਰੂ ਦੀ ਕਿਰਪਾ ਨਾਲ ਬੱਚੇ ਸੈਟਲ ਨੇ ਉੱਥੇ। ਪਰ ਮੈਂ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੀ ਹਾਂ ਜਿਨੇ ਮੈਨੂੰ ਗੁਰਸਿੱਖੀ ਜਾਮਾ ਬਖਸ਼ਿਸ਼ ਕੀਤਾ, ਮੇਰੇ ਸਤਿਗੁਰਾਂ ਨੇ। ਔਰ ਮੈਂ ਸਨ 7 ਦੀ ਗੱਲ ਹੈ, 2007 ਚ ਅਮਰੀਕਾ ਪਹਿਲੀ ਵਾਰੀ ਗਈ। ਔਰ ਪਹਿਲੀ ਵਾਰੀ ਜੋ ਮੈਨੂੰ ਐਕਸਪੀਰੀਅੰਸ ਹੋਇਆ ਕਿ ਮੈਂ ਦੇਖਿਆ ਕਿ ਮੈਂ ਸਿਸਟਰ ਦੇ ਘਰ ਕੁਝ ਦਿਨ ਰਹੀ ਤੇ ਉਹ ਨਰਸ ਹੈਗੀ ਹੈ ਤੇ ਉਹਨੇ 3 ਡਿਊਟੀਆਂ ਨਿਭਾ ਰਹੀ ਹੈ। ਔਰ ਰਾਤ ਦੇ ਟਾਈਮ ਜਿਵੇਂ 2 ਵਜੇ ਨਿਕਲਦੀ ਸੀ ਤੇ ਮੈਂ ਕਹਿੰਦੀ ਸੀ ਤੁਹਾਨੂੰ ਡਰ ਨਹੀਂ ਲੱਗਦਾ? ਤੇ ਮੈਂ ਦੇਖਦੀ ਸੀ ਕਿ ਉਹ ਬਿਨਾਂ ਡਰੇ ਹੋਏ ਉਹ ਲੋਕ ਨਿਕਲ ਜਾਂਦੇ ਸੀਗੇ। ਤੇ ਮੈਨੂੰ ਸਮਝ ਆਈ ਕਿ ਇਹਨਾਂ ਨੂੰ ਡਾਲਰ ਨਜ਼ਰ ਆ ਰਹੇ ਨੇ, ਉਹਦੇ ਕਮਾਉਣ ਲਈ ਦਿਨ ਨਹੀਂ ਦੇਖਦੇ, ਰਾਤ ਨਹੀਂ ਦੇਖਦੇ। ਤੇ ਮੈਨੂੰ ਅੱਜ ਵੀ ਹੁੰਦਾ ਕਿ ਮੈਂ ਉੱਥੇ ਰਹਿ ਕੇ ਕੀ ਕਰਾਂ। ਇੱਥੇ ਤੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ, ਐਕਟੀਵਿਟੀ ਕੀਤੀ ਹੈ ਵੀ 3 ਤੋਂ ਸਵੇਰੇ 3 ਤੋਂ 5 ਵੀ ਉਹਨਾਂ ਦਿਨਾਂ ਚ ਮੈਂ ਸਿਮਰਨ ਸਾਧਨਾ ਤੇ ਜਾਇਆ ਕਰਦੀ ਸੀ। ਕੋਈ 8-10 ਸਾਲ, 10 ਸਾਲ ਤੋਂ ਜ਼ਿਆਦਾ ਹੀ ਗਏ ਹੋਵਾਂਗੇ ਅਸੀਂ। ਤਦ ਹੀ ਸਮਝ ਆਈ ਕਿ ਉਹ ਅਸੀਂ ਡਾਲਰਾਂ ਤੋਂ ਤਾਂ ਕਿਤੇ ਵੱਡਾ ਅਸੀਂ ਨਾਮ ਮਹਾਰਾਜ ਨੇ ਬਖਸ਼ਿਸ਼ ਕੀਤਾ। ਉਸ ਨਾਮ ਦੀ ਲੁੱਟ ਪਈ ਹੈ ਤੇ ਅਸੀਂ ਉਹਨੂੰ ਨਹੀਂ ਲੁੱਟ ਰਹੇ ਤੇ ਅਸੀਂ ਡਾਲਰ ਲੁੱਟਣ ਜਾਣਾ ਉੱਥੇ ਬਾਹਰ। ਤੇ ਇਹ ਸੋਚ ਕੇ ਮੈਨੂੰ ਬੜਾ ਅੱਛਾ ਨਹੀਂ ਲੱਗਦਾ ਸੀ ਕਿ ਉਹ ਲੋਕ ਡਾਲਰਾਂ ਪਿੱਛੇ ਭਗਦੇ ਨੇ ਤੇ ਅਸੀਂ ਇੱਥੇ ਤੇ ਇੰਨੀ ਬਖਸ਼ਿਸ਼ ਮਹਾਰਾਜ ਨੇ ਸੰਗਤ ਬਖਸ਼ੀ ਹੋਈ ਹੈ, ਮੈਂ ਉਹ ਛੋੜ ਕੇ ਜਾਵਾਂ। ਹੁਣ ਵੀ ਬੱਚੇ ਚਾਹੁੰਦੇ ਨੇ, ਲੇਕਿਨ ਇੱਥੇ ਜੋ ਮਹਾਰਾਜ ਨੇ ਸੰਗਤ ਦਾ ਪਿਆਰ, ਸੰਗਤ ਬਖਸ਼ੀ ਹੈ, ਸੇਵਾਵਾਂ ਦੀ ਐਕਟੀਵਿਟੀ ਮੇਰੇ ਕੋਲ ਬਖਸ਼ਿਸ਼ ਕੀਤੀ ਹੋਈ ਹੈ, ਮੈਂ ਕਰਨ ਜੋਗੀ ਨਹੀਂ ਆ। ਕਿਉਂਕਿ ਅੱਛੀ ਤਰ੍ਹਾਂ ਮੈਨੂੰ ਪੂਰਾ ਪਤਾ ਹੈ ਕਿ ਇੱਕ ਵੀ ਕਦਮ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਚੱਲ ਸਕਦੇ। ਉਹਦੇ ਚੱਲਿਆ ਹੀ ਅਸੀਂ ਚੱਲ ਰਹੇ ਹਾਂ, ਉਹ ਮਹਾਰਾਜ ਚਲਾ ਰਹੇ ਨੇ ਤੇ ਮੈਂ ਜਾ ਕੇ ਉੱਥੇ ਬਹਿ ਜਾ। ਇਹੀ ਉਹ ਬਸ ਇੱਕ ਰੀਜ਼ਨ ਹੈ ਕਿ ਬੱਚੇ ਬੁਲਾਉਂਦੇ ਨੇ ਪਰ ਮੈਂ ਜਾ ਕੇ ਰਾਜੀ ਨਹੀਂ ਬਾਹਰ ਜਿੰਨਾ। ਜੀ ਭੈਣ ਜੀ, ਆਪ ਜੀ ਦੇ ਜੋ ਜਿੰਨਾ ਵੀ ਤੁਸੀਂ ਸਾਨੂੰ ਦੱਸਿਆ, ਇਸ ਤੋਂ ਇੰਨਾ ਤੇ ਜ਼ਰੂਰ ਹੈ ਕਿ ਸਾਡੀ ਭੈਣਾਂ ਨੂੰ, ਸਾਡੇ ਜੋ ਕਿ ਇੱਕ ਔਰਤ ਆਪਣਾ ਪਰਿਵਾਰ ਵੀ ਬਣਾਉਂਦੀ ਹੈ, ਬੱਚਿਆਂ ਨੂੰ ਪਾਲਣਾ, ਉਹਨਾਂ ਨੂੰ ਅੱਛੀ ਵਿੱਦਿਆ ਦੇਣਾ, ਉਹਨਾਂ ਦਾ ਜੀਵਨ ਬਣਾਉਣਾ, ਹੋਰ ਫਿਰ ਅੱਗੋਂ ਗੁਰੂ ਜੋ ਸਾਨੂੰ ਮਨੁੱਖਾਂ ਦੀ ਮਿਲੀ ਹੈ ਉਹਦਾ ਨਾਮ ਜਪਣਾ, ਕਿਰਤ ਕਰਨਾ ਤੇ ਸੇਵਾ ਕਰਨੀ ਹੈ, ਸਾਰੀ ਜੋ ਆਪ ਜੀ ਨੇ ਸਾਰੀ ਚੀਜ਼ਾਂ ਆਪ ਜੀ ਕਰ ਰਹੇ ਹੋ, ਮਹਾਰਾਜ ਤੁਹਾਡੇ ਤੋਂ ਕਰਾ ਰਹੇ ਹਨ। ਤੇ ਆਪ ਜੀ ਆਪਣਾ ਮਨੁੱਖਾ ਜਨਮ ਜੋ ਹੈ ਸਫਲਾ ਕਰਕੇ ਜਾ ਰਹੇ ਹੋ। ਤੁਹਾਨੂੰ ਬਾਹਰ ਦਾ, ਵਿਦੇਸ਼ ਦਾ ਵੀ ਤੁਸੀਂ ਹੋ ਕੇ ਆਏ, ਲੇਕਿਨ ਤੁਸੀਂ ਦੱਸਿਆ ਕਿ ਤੁਹਾਨੂੰ ਕੋਈ ਅਟਰੈਕਸ਼ਨ ਨਹੀਂ, ਔਰ ਇਹ ਚੀਜ਼ਾਂ ਗੁਰੂ ਸਾਹਿਬ ਦੀ ਸੇਵਾ ਅੱਗੇ ਉਹ ਜਿਹੜੀ ਦਾਤ ਹੈ ਉਹ ਫਿੱਕੀ ਲੱਗ ਰਹੀ ਹੈ। ਤਾਂ ਇਹਨਾਂ ਚੀਜ਼ਾਂ ਤੋਂ ਅੱਜ ਸਾਨੂੰ ਇੰਨਾ ਕੁ ਤੇ ਪਤਾ ਹੈ ਕਿ ਕਈ ਲੋਕਾਂ ਨੂੰ ਇਸ ਚੀਜ਼ ਦਾ ਜੋ ਅੰਦਾਜ਼ਾ ਹੋਏਗਾ ਕਿ ਗੁਰੂ ਸਾਹਿਬ ਦੀ ਸੇਵਾ ਉੱਤਮ ਹੈ, ਔਰ ਮਹਾਰਾਜ ਜਿਹਦੇ ਤੇ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਉਹਨੂੰ ਹੀ ਸੇਵਾ ਉਹਦੇ ਤੋਂ ਕਰਾਉਂਦੇ ਹਨ। ਤੇ ਮਹਾਰਾਜ ਅਸੀਂ ਤੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਆਪ ਜੀ ਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਬਖਸ਼ਦੇ ਰਹਿਣ, ਤੁਸੀਂ ਇਸ ਤਰ੍ਹਾਂ ਹੀ ਪੰਥ ਦੀ ਸੇਵਾ ਕਰਦੇ ਰਹੋ, ਤੇ ਨਾਲ ਸੰਗਤਾਂ ਨੂੰ ਜੋ ਕਿ ਆਪ ਜੀ ਬਸਾਂ ਭਰ ਕੇ ਸੰਗਤਾਂ ਨੂੰ ਲੈ ਕੇ ਜਾਂਦੇ ਹੋ, ਸਭ ਨੂੰ ਇਸ ਤਰ੍ਹਾਂ ਹੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜੀ ਰੱਖੋ। ਸਾਡੀ ਇਹੀ ਤੁਹਾਨੂੰ ਅਸੀਸ ਹੈ ਸਿੱਖ ਚੈਨਲ ਵੱਲੋਂ। ਸਾਡਾ ਅਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਕਿ ਆਪਣਾ ਕੀਮਤੀ ਸਮਾਂ ਕੱਢਿਆ ਸਾਨੂੰ ਮਿਲੇ। ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਕਾ ਖਾਲਸਾ, ਖਾਲਸਾ, ਵਾਹਿਗੁਰੂ। ਵਾਹਿਗੁਰੂ।